ਅਸੀਂ ਆਦੇ ਵਚਨ ਚੋਂ ਦੇਖਦੇ ਹਾਂ, ਕਹਿੰਦਾ ਇਹਦੇ ਪਿੱਛੋਂ ਯਹੂਦੀਆਂ ਦਾ ਇੱਕ ਤਿਉਹਾਰ ਸੀ ਤੇ ਯਿਸੂ ਯਰੂਸ਼ਲਮ ਗਿਆ। ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਕੋਲ ਇੱਕ ਤਾਲ ਹੈ ਜੋ ਇਬਰਾਨੀ ਭਾਖਾ ਵਿੱਚ ਵੇਥ ਜਥਾ ਕਰਕੇ ਸੁਣਾਉਂਦਾ ਹੈ, ਜਿਹਦੇ 5 ਦਲਾਨ ਹਨ। ਉਹਨਾਂ ਵਿੱਚ ਰੋਗੀ, ਅੰਨੇ, ਲੰਗੇ ਤੇ ਲੂਲੇ ਬਹੁਤ ਸਾਰੇ ਪਏ ਸਨ। ਔਰ ਉੱਥੇ ਇੱਕ ਮਨੁੱਖ ਸੀ ਜੋ 38 ਵਰਿਆਂ ਤੋਂ ਆਪਣੇ ਰੋਗ ਦਾ ਮਾਰਿਆ ਹੋਇਆ ਸੀ। ਹਾਲੇਲੂਇਆ। ਕਿੰਨੇ ਸਾਲ ਤੋਂ? 38 ਸਾਲ ਤੋਂ। ਇਹ ਵਚਨ ਆਪਾਂ ਰੋਜ਼ ਪੜ੍ਹਦੇ ਵੀ ਹਾਂ, ਆਪਾਂ ਅਕਸਰ ਚਰਚ ਵਿੱਚ ਪੜ੍ਹਿਆ ਜਾਂਦਾ ਵਚਨ। ਇਹ ਕਹਿੰਦਾ ਗਹਿਰਾ ਗੂੜਾ ਭੇਦ ਜੋ ਯਹੋਵਾ ਨੇ ਮੈਨੂੰ ਦਿੱਤਾ। ਚੰਗੇ ਹੋਣਾ ਵੀ ਇੱਕ ਯਿਸੂ ਦਾ ਸੁਭਾਅ ਹੈ ਕਿ ਉਹ ਸਾਨੂੰ ਚੰਗੇ ਕਰਦਾ ਆ। ਅਸੀਂ ਚਰਚ ਵਿੱਚ ਚਾਹੁੰਦੇ ਹਾਂ ਸਾਡੇ ਦੁਆ ਪ੍ਰਾਰਥਨਾ ਕੀਤੀ ਜਾਂਦੀ, ਅਸੀਂ ਕਹਿੰਦੇ ਹਾਂ ਚੰਗੇ ਹੋ ਜਾਂਦੇ ਆ, ਕਿਉਂਕਿ ਯਿਸੂ ਮਸੀਹ ਸਾਨੂੰ ਚੰਗੇ ਕਰਨੇ ਧਰਤੀ ਉੱਤੇ ਆਇਆ, ਸਾਡੇ ਪਾਪਾਂ ਨੂੰ ਮਾਫ ਕਰਨ ਵਾਸਤੇ ਧਰਤੀ ਉੱਤੇ ਆਇਆ। ਜੋ ਸਾਡੇ ਗੁਨਾਹ ਗਲਤੀਆਂ ਪਾਪ ਮਾਫ ਹੋ ਜਾਂਦੇ ਆ, ਸਾਡੀ ਜ਼ਿੰਦਗੀ ਦੇ ਵਿੱਚ ਚੰਗਾਈ ਆ ਜਾਂਦੀ ਆ। ਇੱਥੇ ਵੀ ਇੱਕ ਇਨਸਾਨ 38 ਸਾਲ ਤੋਂ ਬਿਮਾਰ ਪਿਆ, ਕੋਈ ਸੁੱਧੀ ਦੇਣ ਵਾਲਾ ਕੋਈ ਵੀ ਨਹੀਂ ਹੈਗਾ। ਬਹੁਤ ਸਾਰੇ ਲੰਗੜੇ, ਲੂਲੇ, ਅੰਨੇ, ਕਾਣੇ ਉੱਥੇ ਪਏ ਆ। ਉਹਨਾਂ ਦੇ ਵਿਚਕਾਰ ਇਹ 38 ਸਾਲ ਦਾ ਰੋਗੀ ਪਿਆ ਹੋਇਆ ਹੈ। ਯਿਸੂ ਨੇ ਉਹਨੂੰ ਪਿਆ ਹੋਇਆ ਵੇਖ ਕੇ ਅਤੇ ਇਹ ਜਾਣ ਕੇ ਜੋ ਉਹਨੂੰ ਹੁਣ ਬਹੁਤ ਚਿਰ ਹੋ ਗਿਆ ਹੈ, ਉਹਨੂੰ ਆਖਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ। ਯਿਸੂ ਨੇ ਜਾਣ ਕੇ, ਇਸ ਗੱਲ ਨੂੰ ਜਾਣ ਕੇ ਉਹ ਜਾਣਦਾ ਸੀ ਕਿ ਉਸ ਇਨਸਾਨ ਨੂੰ ਹੁਣ ਬਹੁਤ ਚਿਰ ਹੋ ਗਿਆ। 38 ਸਾਲ ਤੋਂ ਥੋੜੇ ਨਹੀਂ ਹੁੰਦੇ। ਇੱਕ ਦਿਨ ਹੀ ਸਿਰ ਦਰਦ ਕਰਨ ਲੱਗ ਪਏ ਤਾਂ ਨਾਨੀ ਚੇਤੇ ਆ ਜਾਂਦੀ ਆ। ਤੇ ਜਿਹੜਾ ਇਨਸਾਨ 38 ਸਾਲ ਤੋਂ ਜਿਹੜੀਆਂ ਲੱਤਾਂ ਚੱਲ ਨਹੀਂ ਰਹੀਆਂ, ਉਹ ਮੰਜੇ ਤੇ ਪਿਆ ਆ, ਉਹਦੀ ਕੀ ਕੰਡੀਸ਼ਨ ਹੋਊਗੀ। ਯਿਸੂ ਮਸੀਹ ਵੀ ਜਾਣਦੇ ਆ ਕਿ ਅਸੀਂ ਕਿੰਨੇ ਸਾਲ ਤੋਂ ਪਰੇਸ਼ਾਨੀ ਚ, ਕਿੰਨੇ ਸਾਲ ਤੋਂ ਬਿਮਾਰ ਆ, ਕਿੰਨੇ ਸਾਲ ਤੋਂ ਦੁਖੀ ਆ। ਸਾਡੇ ਪਲ ਪਲ ਦੀ ਖਬਰ ਸਾਡਾ ਪਰਮੇਸ਼ਰ ਰੱਖਦਾ। ਜਦੋਂ ਇਸ ਇਨਸਾਨ ਨੂੰ ਯਹੋਵਾ ਨੇ ਦੇਖਿਆ ਕਿ ਇਹਨੂੰ ਬਹੁਤ ਸਾਲ ਹੋ ਗਏ ਆ ਮੰਜੇ ਤੇ ਪਏ, ਕੀ ਪੁੱਛਦਾ ਕੇ ਕੋਲ ਕਿ ਤੂੰ ਚੰਗਾ ਹੋਣਾ ਚਾਹੁੰਦਾ? ਕਿਹੜਾ ਰੋਗੀ ਜਿਹੜਾ ਕਹੇ ਕਿ ਮੈਂ ਚੰਗਾ ਹੋਣਾ ਨਹੀਂ ਚਾਹੁੰਦਾ? ਉਹਨੂੰ ਪੁੱਛਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ? ਉਸ ਰੋਗੀ ਨੇ ਉਸਨੂੰ ਉੱਤਰ ਦਿੱਤਾ, ਪ੍ਰਭੂ ਜੀ, ਮੇਰਾ ਕੋਈ ਆਦਮੀ ਨਹੀਂ ਹੈ ਕਿ ਜਾ ਪਾਣੀ ਹਿਲਾਇਆ ਜਾਵੇ ਤਾਂ ਮੈਨੂੰ ਤਾਲ ਵਿੱਚ ਉਤਾਰੇ, ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੇਰੇ ਤੋਂ ਅੱਗੇ ਉੱਤਰ ਪੈਂਦਾ ਹੈ। ਕਹਿੰਦੇ ਉੱਥੇ ਇੱਕ ਤਲਾਅ ਸੀਗਾ। ਤਲਾਅ ਵਿੱਚ ਸਾਲ ਬਾਅਦ ਇੱਕ ਵਾਰੀ ਦੂਤ ਉਹਨੂੰ ਹਿਲਾਉਂਦਾ ਸੀ ਆ ਕੇ। ਜਿਹੜਾ ਪਹਿਲਾ ਮਰੀਜ਼ ਆ ਕੇ ਵਿੱਚ ਡੁਬਕੀ ਲਾ ਲੈਂਦਾ ਸੀ, ਚੰਗਾ ਹੋ ਜਾਂਦਾ ਸੀ। ਇਹ ਵੀ ਇਸ ਆਸ ਨਾਲ 38 ਸਾਲ ਤੋਂ ਉੱਥੇ ਪਿਆ ਸੀ। ਖੈਰ ਇਸ ਸਾਲ ਮੇਰੀ ਵਾਰੀ ਆਵੇ, ਖੈਰ ਇਸ ਸਾਲ ਮੇਰੀ ਵਾਰੀ ਆਵੇ। ਕਰਦੇ ਕਰਦੇ 38 ਸਾਲ ਹੋ ਗਏ। ਲੇਕਿਨ ਇਹ ਤੋਂ ਜਦੋਂ ਉੱਥੇ ਰੜਦਾ ਪਹੁੰਚਦਾ ਸੀਗਾ, ਕਹਿੰਦੇ ਇਹ ਤੋਂ ਪਹਿਲਾਂ ਹੀ ਕੋਈ ਡੁਬਕੀ ਮਾਰ ਕੇ ਚੰਗਾ ਹੋ ਜਾਂਦਾ ਸੀ। ਮੇਰੀ ਇੱਕ ਨੇ ਚੰਗਾ ਹੋਣਾ ਹੁੰਦਾ ਸੀ। ਕਹਿੰਦਾ ਪ੍ਰਭੂ ਜੀ ਮੇਰਾ ਕੋਈ ਵੀ ਨਹੀਂ ਹੈਗਾ। ਹਾਲੇਲੂਇਆ। ਅੱਜ ਲੋਕੀ ਕਹਿੰਦੇ ਮੇਰਾ ਪ੍ਰਭੂ ਜੀ ਕੋਈ ਵੀ ਨਹੀਂ ਹੈਗਾ, ਮੇਰੇ ਘਰ ਦੇ ਨਹੀਂ ਪੁੱਛਦੇ, ਮੇਰੀ ਬਾਤ ਨਹੀਂ ਪੁੱਛਦੇ, ਮੇਰਾ ਆਂਟੀ ਗੁਆਂਢੀ, ਮੇਰੇ ਧੀਆਂ ਪੁੱਤ ਨਹੀਂ, ਮੇਰੇ ਮਾਂ ਬਾਪ ਨਹੀਂ ਮੇਰੀ ਪੁੱਛਦੇ। ਕੀ ਤੜਫਿਆ? ਕਹਿੰਦਾ ਪ੍ਰਭੂ ਜੀ ਮੇਰਾ ਕੋਈ ਵੀ ਨਹੀਂ ਹੈਗਾ ਕਿ ਜਿਹੜਾ ਮੈਨੂੰ ਤਾਲ ਵਿੱਚ ਉਤਾਰੇ। ਜਦੋਂ ਮੈਂ ਜਾਂਦਾ ਆ ਮੇਰੇ ਤੋਂ ਪਹਿਲਾਂ ਹੀ ਕੋਈ ਪਹੁੰਚ ਜਾਂਦਾ। ਕਹਿੰਦਾ ਪਰ ਜਦੋਂ ਮੈਂ ਆਪ ਜਾਂਦਾ ਹਾਂ ਕੋਈ ਹੋਰ ਮੇਰੇ ਤੋਂ ਅੱਗੇ ਉੱਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ, ਆਪਣੀ ਮੰਜੀ ਚੁੱਕ ਕੇ ਤੁਰ ਪਓ। ਅਤੇ ਉਵੇਂ ਉਹ ਮਨੁੱਖ ਚੰਗਾ ਹੋ ਗਿਆ ਅਤੇ ਆਪਣੀ ਮੰਜੀ ਚੁੱਕ ਕੇ ਤੁਰਨ ਲੱਗਾ। ਆਪਾਂ ਕਹਿੰਦੇ ਕੋਈ ਆਵੇ ਹਸਪਤਾਲ ਲੈ ਕੇ ਜਾਵੇ, ਕੋਈ ਮੇਰਾ ਟ੍ਰੀਟਮੈਂਟ ਕਰਾਵੇ, ਕੋਈ ਮੈਨੂੰ ਚੰਗਾ ਕਰੇ, ਕੋਈ ਪਾਦਰੀ ਆ ਕੇ ਸਿਰ ਤੇ ਹੱਥ ਰੱਖ ਦੇਵੇ। ਇੱਥੇ ਯਿਸੂ ਮਸੀਹ ਕਹਿੰਦਾ ਉੱਠ, ਆਪਣੀ ਮੰਜੀ ਚੁੱਕ ਤੇ ਤੁਰ। ਡਾਕਟਰ ਡੀ.ਜੇ. ਦਿਨਕਰ ਰੱਬ ਦੇ ਏਡੇ ਵੱਡੇ ਆਤਮ ਮਹਾਨ ਪਰਮੇਸ਼ਰ ਦੇ ਦਾਸ ਕਹਿੰਦੇ ਇੱਕ ਦਿਨ ਕੀ ਹੋਇਆ? ਕਹਿੰਦਾ ਮੇਰੇ ਦਿਲ ਦੇ ਵਿੱਚ ਦਰਦ ਸ਼ੁਰੂ ਹੋ ਗਈ। ਕਹਿੰਦਾ ਮੈਂ ਆਪਣੀ ਵਾਈਫ ਨੂੰ ਨਹੀਂ ਠਾਲਿਆ। ਕਹਿੰਦਾ ਜੇ ਵਾਈਫ ਠਾਲ ਦਿੱਤੀ ਉਹਨੇ ਆਂਢੀ ਗੁਆਂਢੀ ਠਾਲ ਲੈਣੇ। ਮੇਰੇ ਪਤੀ ਨੂੰ ਏਦਾਂ ਹੋ ਗਿਆ। ਕਹਿੰਦਾ ਮੈਂ ਕੀ ਕੀਤਾ? ਕਹਿੰਦਾ ਦਰਦ ਵੱਧਦੀ ਜਾਵੇ। ਕਹਿੰਦਾ ਮੈਂ ਯਹੋਵਾ ਵੱਲ ਪ੍ਰਾਰਥਨਾ ਕਰਨੀ ਸਟਾਰਟ ਕਰ ਦਿੱਤੀ। ਕਹਿੰਦਾ ਜਦੋਂ ਪ੍ਰਾਰਥਨਾ ਕਰਨੀ ਸਟਾਰਟ ਕਰ ਦਿੱਤੀ ਤੇ ਸਵਰਗ ਤੋਂ ਇੱਕ ਦੂਤ ਉਤਰਿਆ। ਦੂਤ ਦੇ ਹੱਥ ਵਿੱਚ ਕੋਈ ਸਰੰਗੀ ਸੀ, ਕੋਈ ਇਦਾਂ ਦਾ ਸੀਗਾ। ਉਹ ਉਹਦੇ ਕੋਲ ਬਹਿ ਕੇ ਵਜਾ ਕੇ ਆਰਾਧਨਾ ਕਰਨ ਲੱਗ ਗਿਆ। ਆਰਾਧਨਾ ਕਰਨ ਲੱਗ ਗਿਆ ਤਾਂ ਕਹਿੰਦਾ ਮੈਨੂੰ ਗੂੜੀ ਨੀਂਦ ਆ ਗਈ, ਮੇਰੀ ਦਰਦ ਸਵੇਰੇ ਸੁੱਤਾ ਉੱਠਿਆ। ਕਹਿੰਦਾ ਕੋਈ ਪ੍ਰੋਬਲਮ, ਕੋਈ ਸਮੱਸਿਆ ਨਹੀਂ ਮੈਨੂੰ। ਕਹਿੰਦਾ ਫਿਰ ਉਹ ਗੀਤ ਫਿਰ ਆਪਣੀ ਮੈਂ ਕੈਸਟਾਂ ਦੇ ਵਿੱਚ ਕੱਢਿਆ।
ਜਿਹੜਾ ਦੂਤ ਨੇ ਗਾਇਆ। ਹਾਲੇਲੂਇਆ। ਹਾਲੇਲੂਇਆ। ਆਪਾਂ ਕਹਿੰਦੇ ਸਾਡਾ ਕੋਈ ਨਹੀਂ ਪ੍ਰਭੂ ਜੀ। ਪ੍ਰਭੂ ਕਹਿੰਦਾ ਭਾਵੇਂ ਰਾਤ ਨੂੰ ਪੁਕਾਰ ਭਾਵੇਂ ਦਿਨ ਨੂੰ ਪੁਕਾਰ, ਪਰ ਪੁਕਾਰ ਕਿੱਥੋਂ? ਦਿਲ ਤੋਂ। ਜਦੋਂ ਦਿਲ ਤੋਂ ਪੁਕਾਰਦੇ ਉਦੋਂ ਆਉਂਦਾ। ਜਦੋਂ ਉੱਪਰੋਂ ਛੱਟਾ ਨੇ ਮੇਰਾ ਉਹ ਵੀ ਕੰਮ ਰਹਿੰਦਾ ਪ੍ਰਭੂ ਜੀ ਪ੍ਰਾਰਥਨਾ ਕਰ ਲਵਾਂ ਫਟਾਫਟ, ਉਹ ਕੰਮ ਰਹਿੰਦਾ ਪ੍ਰਾਰਥਨਾ ਕਰ ਲਵਾਂ ਮੈਂ ਫਿਰ ਕੰਮ ਕਰਨੀ। ਸੋ ਤਾਂ ਕੰਮ ਵਿੱਚ, ਸੋ ਤਾਂ ਆਪਣੇ ਬੱਚਿਆਂ 'ਚ, ਸੋ ਤਾਂ ਆਪਣੇ ਪਤੀ 'ਚ, ਆਪਣੀ ਵਾਈਫ ਵਿੱਚ, ਸੋ ਤਾਂ ਸੰਸਾਰ ਦੇ ਕੰਮਾਂ ਵਾਸਤੇ ਕੀ ਕਰਦੇ? ਉੱਪਰ ਬਾਤ ਨੂੰ। ਜਦੋਂ ਦਿਲ ਤੋਂ ਪੁਕਾਰਦੇ ਤਾਂ ਦਿਲ ਤੋਂ ਪੁਕਾਰਨ ਵਾਲੇ ਦੇ ਯਿਸੂ ਜੀ ਕਰੀਬ ਆ। ਹਾਲੇਲੂਇਆ। ਜਿਹੜਾ ਇਨਸਾਨ ਕਹਿੰਦਾ ਪ੍ਰਭੂ ਜੀ ਬਹੁਤ ਸਾਰੇ ਸਾਲ ਮੈਨੂੰ ਹੋ ਗਏ ਆ, ਤੇ ਯਿਸੂ ਕਹਿੰਦਾ ਵੀ ਅੱਜੇ ਹੀ ਮੰਜੀ ਚੁੱਕ ਤੇ ਉੱਠ ਕੇ ਤੁਰ। ਕਿੱਦਾਂ ਤੁਰ ਪਿਆ? ਕਿਉਂ ਤੁਰ ਪਿਆ? ਆਪਾਂ ਅੱਗੇ ਵਚਨ ਚੋਂ ਦੇਖਦੇ ਹਾਂ। ਹਾਂਜੀ ਅੱਗੇ ਤੋਂ ਉਹ ਸਬਤ ਦਾ ਦਿਨ ਸੀ, ਇਸ ਕਰਕੇ ਯਹੂਦੀਆਂ ਨੇ ਉਸ ਨਿਰੋਏ ਕੀਤੇ ਹੋਏ ਮਨੁੱਖ ਨੂੰ ਆਖਿਆ ਵੀ ਇਹ ਸਬਤ ਦਾ ਦਿਨ ਹੈ ਅਤੇ ਤੈਨੂੰ ਮੰਜੀ ਚੁੱਕਣੀ ਯੋਗ ਨਹੀਂ ਹੈ। ਉਹਨੇ ਉਹਨਾਂ ਨੂੰ ਉੱਤਰ ਦਿੱਤਾ ਕਿ ਜਿਹਨੇ ਮੈਨੂੰ ਚੰਗਾ ਕੀਤਾ ਉਸੇ ਨੇ ਮੈਨੂੰ ਆਖਿਆ ਆਪਣੀ ਮੰਜੀ ਚੁੱਕ ਕੇ ਤੁਰ ਪਓ। ਉਹਨਾਂ ਨੇ ਉਸ ਤੋਂ ਪੁੱਛਿਆ ਉਹ ਕਿਹੜਾ ਆਦਮੀ ਹੈ ਜਿਹਨੇ ਤੈਨੂੰ ਆਖਿਆ ਵੀ ਚੁੱਕ ਕੇ ਤੁਰ ਪਓ? ਪਰ ਉਹ ਜਿਹੜਾ ਚੰਗਾ ਹੋਇਆ ਸੀ ਨਹੀਂ ਸੀ ਜਾਣਦਾ ਕਿ ਉਹ ਕੌਣ ਹੈ, ਕਿਉਂ ਜੋ ਉਹ ਥਾਂ ਦੀ ਭੀੜ ਦੇ ਹੋਣ ਕਰਕੇ ਯਿਸੂ ਉੱਥੋਂ ਟਲ ਗਿਆ ਸੀ। ਇਸ ਦੇ ਪਿੱਛੋਂ ਯਿਸੂ ਉਸ ਨੂੰ ਹੈਂਕਲ ਵਿੱਚ ਮਿਲਿਆ ਅਤੇ ਉਹਨੂੰ ਕਿਹਾ ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ, ਕਿਤੇ ਇਹੋ ਨਾ ਹੋਵੇ ਜੋ ਐਸ ਨਾਲੋਂ ਵੀ ਕੋਈ ਬੁਰੀ ਵਿਪਤਾ ਤੇਰੇ ਉੱਤੇ ਆ ਪਵੇ। ਹਾਲੇਲੂਇਆ। ਚੰਗਾ ਕਿਉਂ ਹੋਇਆ? ਉਹਦੇ ਪਾਪ ਮਾਫ ਹੋ ਗਏ। ਪਾਪਾਂ ਨੂੰ ਮਾਫ ਕਰਨ ਵਾਲਾ ਪਰਮੇਸ਼ਰ ਕੋਲ ਆ ਗਿਆ, ਉਹਨੇ ਉਹਦੇ ਪਾਪ ਮਾਫ ਕਰ ਦਿੱਤੇ ਤਾਂ ਉਹ ਕੀ ਹੋ ਗਿਆ? 38ਵਾਂ ਦਾ ਰੋਗੀ ਚੰਗਾ ਹੋ ਗਿਆ। ਫਿਰ ਯਿਸੂ ਮਸੀਹ ਨੇ, ਉਹਨੂੰ ਇੰਨਾ ਵੀ ਨਹੀਂ ਪਤਾ ਮੈਨੂੰ ਕਿਹਨੇ ਚੰਗਾ ਕੀਤਾ। ਜਿਸ ਵੇਲੇ ਯਿਸੂ ਮਸੀਹ ਨੂੰ ਦੇਖਿਆ ਯਿਸੂ ਮਸੀਹ ਨੂੰ ਕੀ ਕਿਹਾ? ਕਹਿੰਦਾ ਇਹਦੇ ਪਿੱਛੋਂ ਯਿਸੂ ਉਹਨੂੰ ਹੈਕਲ ਵਿੱਚ ਮਿਲਿਆ ਅਤੇ ਉਹਨੂੰ ਕਿਹਾ ਵੇਖ ਹੁਣ ਤੂੰ ਚੰਗਾ ਹੋ ਗਿਆ ਹੈ, ਫਿਰ ਪਾਪ ਨਾ ਕਰੀ। ਹੁਣ ਤੂੰ ਚੰਗਾ ਹੋ ਗਿਆ ਤੇ ਫਿਰ ਪਾਪ ਨਾ ਕਰੀ। ਜਦੋਂ ਚੰਗੇ ਹੋ ਜਾਂਦੇ ਆ ਦੁਬਾਰਾ ਪਾਪਾਂ ਵਿੱਚ ਫਸਦੇ ਆ ਤੇ ਵੱਡੀ ਵਿਪਤਾ ਸਾਡਾ ਵੇਟ ਕਰਦੀ ਆ, ਇੰਤਜ਼ਾਰ ਕਰਦੀ ਆ। ਇੱਕ ਭੂਤ ਨਿਕਲਦਾ ਤਾਂ 7 ਲੈ ਕੇ ਆਉਂਦਾ। ਆ ਬਾਬਾ ਰੋਗ ਬਿਮਾਰੀਆਂ ਦੇ ਡਾਕਟਰ ਚੰਗਾ ਨਹੀਂ ਕਰ ਸਕਦੇ, ਉਹ ਮੌਸਮੀ ਥੋੜੀ ਆ, ਉਹ ਸ਼ੈਤਾਨ ਦੀ ਵੱਲੋਂ ਆ, ਉਹਨੂੰ ਯਿਸੂ ਹੀ ਚੰਗਾ ਕਰ ਸਕਦਾ। ਫਿਰ ਲੋਕੀ ਐਂਡ ਤੇ ਕਹਿੰਦੇ ਚਰਚ ਲੈ ਜਾਓ, ਚਾਰੇ ਪਾਸੇ ਘੁੰਮ ਕੇ ਹਾਰ ਕੇ ਥੱਕ ਕੇ ਭਾਈ ਹੁਣ ਚਰਚ ਲੈ ਜਾਓ, ਕਿਉਂਕਿ ਪਤਾ ਆਖਰੀ ਸਹਾਰਾ ਸਾਡਾ ਜੀਸਸ ਕਰਾਈਸਟ ਹੀ ਹੈ। ਕਿਉਂਕਿ ਉਹਨੇ ਕਿਹਾ ਥੱਕੇ ਮੰਦੇ ਬੋਝ ਅੜਦੱਬੇ ਲੋਕੋ ਮੇਰੇ ਕੋਲ ਆਵੋ, ਮੈਂ ਤੁਹਾਨੂੰ ਆਰਾਮ ਦਊਂਗਾ। ਸਾਨੂੰ ਕਿਸੇ ਨੇ ਨਹੀਂ ਕਿਹਾ, ਅਸੀਂ ਹਰ ਤਰੀਕੇ ਨਾਲ ਰੱਬ ਨੂੰ ਖੁਸ਼ ਕੀਤਾ, ਹਰ ਤਰੀਕੇ ਨਾਲ ਮਨੋਤਾਂ ਕੀਤੀਆਂ ਕਿ ਇੱਥੇ ਰੱਬ ਹੋ ਸਕਦਾ, ਇੱਥੇ ਹੋ ਸਕਦਾ, ਇੱਥੇ ਹੋ ਸਕਦਾ। ਬਹੁਤ ਖੁਸ਼ ਕਰ ਚੁੱਕੇ। ਜਦੋਂ ਯਿਸੂ ਨੇ ਆਵਾਜ਼ ਮਾਰੀ ਕਹਿੰਦਾ ਬੇਟੀ ਤੇਰੇ ਪਾਪ ਮਾਫ ਹੋਏ ਤੇ ਦੁਬਾਰਾ ਪਾਪ ਨਾ ਕਰੀ। ਜੇ ਦੁਬਾਰਾ ਕਰਦੇ ਆ ਇਸ ਗੱਲ ਨੂੰ ਆਪਾਂ ਜਾਣ ਲਈਏ, ਜਿਹੜੀ ਪਹਿਲਾਂ ਮਾੜੀ ਦਸ਼ਾ ਸੀ ਨਾ ਉਹ ਨਹੀਂ ਹੋਣੀ, ਉਹ ਤੋਂ 7 ਗੁਣਾ ਮਾੜੀ ਹੋਣੀ ਆ। ਹਾਲੇਲੂਇਆ। ਕਿਉਂਕਿ ਯਿਸੂ ਮਸੀਹ ਨੇ ਇੱਕ ਵਾਰ ਸਰੀਰ ਤੇ ਜਾਨ ਦਿੱਤੀ ਆ, ਬਾਰ-ਬਾਰ ਅਸੀਂ ਇਹਨੂੰ ਸਰੀਰ ਤੇ ਨਹੀਂ ਜਾਣ ਸਕਦੇ। ਕੈਂਸਰ, ਟਿਊਮਰ, ਜਿਹੜੀਆਂ ਵੱਡੀਆਂ ਜਿਸਕਾਂ ਨੇ ਬਿਮਾਰੀਆਂ ਉਠਾ ਦਿੱਤੀਆਂ। ਅੱਜ ਲੋਕੀ ਚੰਗੇ ਹੋ ਕੇ ਵੀ ਆਦਤਾਂ ਮਾੜੀਆਂ ਪੈ ਚੁੱਕੀਆਂ। ਜੋ 7 ਆਤਮੇ ਆਉਂਦੇ ਆ ਫੇਰ ਤਾਂ ਭਾਈ ਪਾਦਰੀ ਚ ਕਸੂਰ ਆ, ਪਾਸਟਰ ਵਿੱਚ ਕਸੂਰ ਆ, ਫਿਰ ਪੁਸਤਾ ਦਾ ਦੁਬਾਰਾ ਕਿੱਦਾਂ ਆ ਗਿਆ? ਹੁਣ ਉਹਦੀ ਪ੍ਰੇਅਰ ਨਹੀਂ ਮੈਨੂੰ ਲੱਗਦੀ, ਕੋਈ ਹੁਣ ਹੋਰ ਸਹੀ। ਹਾਲੇਲੂਇਆ। ਕਿਉਂਕਿ ਜਦੋਂ ਪਹਿਲਾਂ ਫਰੀ ਹੋਏ ਸੀ ਉਸੇ ਪਾਦਰੀ ਤੋਂ ਹੋਈ ਸੀ। ਹੁਣ ਕੀ ਹੋ ਗਿਆ? ਜਦੋਂ 7 ਆਤਮੇ ਆ ਗਏ ਤਾਂ ਕਸੂਰ ਆਪਣਾ ਹੈ ਹੀ ਨਹੀਂ। ਇੱਕ ਆਤਮਾ ਜਾਂਦਾ ਜਦੋਂ ਉਹਨੂੰ, ਕਿਉਂਕਿ ਪਰਮੇਸ਼ਰ ਨੂੰ ਇੱਕ ਇਨਸਾਨ ਚਾਹੀਦਾ। ਖੁਦਾ ਇੱਕ ਆਤਮਾ ਆ, ਸ਼ੈਤਾਨ ਵੀ ਇੱਕ ਆਤਮਾ ਆ। ਤੇ ਯਿਸੂ ਮਸੀਹ ਕਹਿੰਦਾ ਤੁਸੀਂ ਨਹੀਂ ਜਾਣਦੇ, ਤੁਸੀਂ ਮੇਰਾ ਮੰਦਰ ਤਾਂ ਮੇਰਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ। ਜਿਹੜਾ ਕਹਿੰਦਾ ਮੇਰੇ ਮੰਦਰ ਦਾ ਨਾਸ਼ ਕਰਦਾ, ਮੈਂ ਉਹਦਾ ਨਾਸ਼ ਕਰਦਾ। ਜੇ ਅਸੀਂ ਪ੍ਰਭੂ ਦਾ ਮੰਦਰ ਆ ਤਾਂ ਉਹ ਮੰਦਰ ਵਾਂਗੂ ਰਹੀਏ ਤੇ ਮੰਦਰ ਦੇ ਵਿੱਚ ਕੋਈ ਗੰਦੀ ਚੀਜ਼ ਆਉਣ ਨਾ ਦਈਏ। ਜੇ ਅੰਦਰ ਯਿਸੂ ਆ, ਜੋ ਮੂੰਹ ਚੋਂ ਕੱਢਾਂਗੇ ਹੋ ਜਾਊਗਾ, ਜੋ ਮੂੰਹ ਚੋਂ ਕੱਢਾਂਗੇ ਹੋ ਜਾਵੇਗਾ। ਜੇ ਅੰਦਰ ਜੀਸਸ ਕ੍ਰਾਈਸਟ ਆ, ਜੇ ਅਸੀਂ ਉਹਨੂੰ ਆਪਦਾ ਮੰਦਰ ਬਣਾ ਲਿਆ ਆ, ਉਹਨੂੰ ਧੋਂਦੇ ਆ, ਉਹਨੂੰ ਸਵਾਰਦੇ ਆ। ਅਸੀਂ ਬਾਹਰਲੇ ਮੰਦਰਾਂ ਤੋਂ ਦੁੱਧ ਨਾਲ ਧੋਂਦੇ ਆ, ਕਦੀ ਐਸ ਮੰਦਰ ਨੂੰ ਕਲਾਮ ਨਾਲ ਧੋ ਕੇ ਦੇਖੋ।
किन्ने वड्डे वड्डे काम कीते, बड़े मंदिर धोते मैं। हालेलुया। किसी ने कोई जवाब नहीं दिता। जो यीशु मसीह इत्थे आए उदों गल्लां बननियां स्टार्ट हो गईयां। सपने विच दर्शन आने वाले समय दिखाने खुदा ने। हालेलुया। बहुत तरीके नाल इसराइल गल्लां करदे आ, किसी वे सानू समझ नहीं आती। जो सानू समझ आती है थोड़ी देर ना आती है कि हुण राती जो ने आ गल कीती सी। परसों नाइट मैं प्रार्थना च बैठी, रात में जब प्रार्थना च बैठी खुदा ने मैंने सुपने बाद मैं परमेश्वर सुपना हुण मैंने इदां दा कोई आ नहीं रहा। मैं गल की खुदा ने प्रार्थना च बैठी, खुदा ने मैंने की दिया कि नवे लोग आउंदे आ तौबा करने वास्ते, नवे लोग तौबा करने लिए आ रहे हैं। हालेलुया। तो मैं उस प्रभु मैं कहा तेरा धन्यवाद, तेरा शुक्र यीशु, तेरे काम करिए। तानू नहीं पता साडे साह कदों खत्म हो जाने, साडे काम जिंदगी भर जोदे शुरू होए हैं साडे नहीं मुक्के, ते हुण बाद साडे काम वधदे या घटदे नहीं हैगे। जिम्मेवारियां टोकरा सिर ते बिठा के बैठे हैं। जीसस क्राइस्ट की जिम्मेवारी तो लैके देखो तुसीं कितना आनंद आता। हुण एक गीत गाया, आनंद करने से तेरी महिमा करने से, तेरी प्रशंसा करने से हमें आनंद मिलता है। आनंद ਉਹਦੀ प्रशंसा ਦੇ ਨਾਲ ਹੀ ਮਿਲਦਾ। घर ਦੀਆਂ ਰੋਟੀਆਂ सब्जियां दालों ਦੇ ਵਿੱਚ आनंद नहीं आता। ये साड़ी ड्यूटी आ, ये साड़ी जिम्मेवारी आ। उस काम दे बट्टे असीं काम करिए, उस टाइम जिहड़ा साडा टाइम आ घर दे कामां दा, लेकिन रब दे जिहड़ा टाइम आ वो रब नूं दईए। हालेलुया। उधर पासी दस्सिया की दस्सिया सीगा, कहंदे हुण तुसीं ये देख लो कि जिहड़ी मूर्ति बोलनी है ना, जो लोकां ने भरमाए जाना क्रिश्चियनां ने भी, वो मूर्ति तैयार हो गई है अमरीका दे विच 10 देशां दी सहमति नाल। ये तुसीं ये देख लियो एंड दा समा लग गई आ, जो पूरे वर्ल्ड च लड़ाई लग जानी है, फिर ना कहीं थां नहीं मिलना। पक्के विश्वासी बन जाइए आपां। हालेलुया। पक्के विश्वासी बन जाइए ताकि सानू डर ना होवे। दुनिया ने चीकना, दुनिया ने रौली पाउणी आ। अज लड़ाई देख के किन्नी सैक्टी हो क्या हो गया कि वर्ल्ड वार ना लग जाए। हालेलुया। इत्थे जीसस क्राइस्ट कहंदा जे तेरे पाप माफ हो चुके, तू चंगा हो गया तो दोबारा पाप ना करी। काते ना करी, देखो की कहंदा, कहंदा किते ऐ ना होवे जो ऐस नालों भी कोई बुरी विपता तेरे उत्ते आ पवे। दोबारा पाप काते नहीं करने, किते इदां ना होवे कि इहदे नाल भी कोई बुरी विपता तेरे ते आ पवे। हालेलुया। जे दोबारा पाप करते हैं तो बुरी विपता आ सकती है भाई। फिर नहीं कह सकते प्रार्थना नहीं सुनाई साडी हुंदी। इन्नी गल असीं प्रभु नूं कह नहीं सकते कि प्रभु तो पहला सुणदा सी हुण क्यों नहीं सुणदा। पर आपां अपने आप ते झाती मारीए कि साडी जिंदगी दे विच कोई पाप तो नहीं आ गया। जे माड़ा सोच भी लईए तां भी डर लगदा, माड़ा जिहा बोल हो जाए तां भी डर लगदा, जे माड़ा सुण लईए तां भी डर लगदा। शामां नूं माफी मंग के सोंदा, कहंदा अपने बिस्तरिਆਂ ਦੇ ਉੱਤੇ अपने मनां ਵਿੱਚ सोचो। की सोचो? रोटी किद्दां बननी आ, ਕੰਮ ਤੇ किद्दां जाना सवेर नूं, कित्थों पैसे आने, किद्दां गुजारा होना। नहीं, अपने मनां ਵਿੱਚ अपने बिस्तरिਆਂ सोचो जो दिन भर गुनाह गलतियां पाप होया खुदा वा माफ कर दे ते कल नूं मेरे तो ना। हालेलुया। ये सोचना आ, लेकिन शैतान सानू सोचा साड़ियां घुमा के रखदा आ। वो की करदा आ, साडे ते प्रभु विच दीवार खड़ी कर दिंदा आ। कित्थे असीं उहदे लागे पहुंच जाने आ, कित्थे फिर बैग पा जाने, फिर लागे पहुंच जाने, फिर कहते दुख ते सुख दे विच भी उहदा धन्नवाद करो। दिल दे विच दर्द हो रही आ, ठीक आ, टीवी तक नहीं ठाली उहने की कीती प्रार्थना। ये प्रार्थना की तो जीसस क्राइस्ट ने अपना दूध भी भेजा। कोई भी दुख आ जाए रब का नाम कभी ना छड्डो, ना प्रार्थना, ना आराधना, ना फास्टिंग। आप फास्टिंग करते हैं, आप वर्त रखते हैं, फिर कहने पादरी साढ़े वर्त रखे। एक भैन कहती मैनू किसी ने कहा, मैनू अकल देने लग पई आके, कहती मैनू उस बंदे ने कहा कि तू वर्त रखदी, तेरा पादरी वर्त रखे, फिर तेरी गल बननी। मैं कहा भैन मेरी जो तू पहला ठीक होई सी, तेरिया वीडियो रिकॉर्ड आ साडे फोनां दे विच, जे तू ठोक के गवाई सी मैं हुण बिल्कुल ठीक हाँ, तो मैं वर्त नहीं तेरे वास्ते रखे। हालेलुया। आपां वचन चों देखदे हां, दानियल दी बुक दे विचों देखदे हां कि जिस वेले दानियल शेरां दे घोड़े च सुੱਟ दित्ता सीगा, राजे ने सारी रात वर्त रखिया है।
ਰਾਜਾ ਸਾਰੀ ਰਾਤ ਵਰਤ ਰੱਖਿਆ ਸੀਗਾ। ਕਹਿੰਦੇ ਕੋਈ ਸ਼ੁਗਰ ਵਾਲੀ ਚੀਜ਼ ਉਹਦੇ ਮੋਰੇ ਨਹੀਂ ਲਿਆਂਦੀ ਗਈ, ਕਿਉਂਕਿ ਰਾਜਾ ਦਾ ਦਸਤੂਰ ਆ ਕਿ ਨਾਚ ਰੰਗ ਵਿੱਚ ਮਸਤ ਰਹਿਣਾ। ਕਹਿੰਦੇ ਕੋਈ ਸ਼ੁਗਰ ਵਾਲੀ ਚੀਜ਼ ਉਹਦੇ ਮੋਰੇ ਨਹੀਂ ਲਿਆਂਦੀ ਗਈ। ਸਾਰੀ ਰਾਤ ਵਰਤ ਵਿੱਚ ਰਿਹਾ ਪਰਮੇਸ਼ਰ ਦੇ ਮੋਰੇ। ਦਾਨੀਅਲ ਦਾ ਪਰਮੇਸ਼ਰ ਸੀ, ਰਾਜਾ ਦਾ ਪਰਮੇਸ਼ਰ ਨਹੀਂ ਸੀਗਾ। ਰਾਜਾ ਨਹੀਂ ਸੀ ਮੰਨਦਾ, ਦਾਨੀਅਲ ਨਹੀਂ ਮੰਨਦਾ ਸੀ। ਉਹ ਦਾਨੀਅਲ ਨੂੰ ਪਿਆਰ ਕਰਦਾ ਸੀ ਤਾਂ ਉਹਨੂੰ ਸ਼ੇਰਾਂ ਦੇ ਘਰ 'ਚ ਬਚਾਉਣਾ ਚਾਹੁੰਦਾ ਸੀ। ਤਾਂ ਕਹਿੰਦੇ ਜਦੋਂ ਨੇ ਵਰਤ ਰੱਖਿਆ, ਜਦੋਂ ਸਵੇਰਾ ਹੋਇਆ ਨੱਠਾ ਗਿਆ ਸ਼ੇਰਾਂ ਦੇ ਘੁਰੇ ਵਿੱਚ। ਜਦੋਂ ਆਵਾਜ਼ ਮਾਰੀ, ਕਹਿੰਦਾ ਹੇ ਦਾਨੀਅਲ, ਕੀ ਤੇਰਾ ਪਰਮੇਸ਼ਰ ਤੈਨੂੰ ਬਚਾਉਣ ਦੇ ਯੋਗ ਹੋਇਆ? ਤਾਂ ਕਹਿੰਦਾ ਹਾਂ ਰਾਜਨ। ਕਹਿੰਦਾ ਮੇਰਾ ਪਰਮੇਸ਼ਰ ਮੈਨੂੰ ਬਚਾਉਣ ਦੇ ਯੋਗ ਹੋਇਆ। ਕਹਿੰਦਾ ਉਹਨਾਂ ਨੇ ਮੈਨੂੰ ਰੱਤੀ ਵੀ ਔਖ ਨਹੀਂ ਦਿੱਤੀ। ਸ਼ੇਰਾਂ ਨੇ ਰੱਤੀ ਵੀ ਕਹਿੰਦਾ ਮੈਨੂੰ ਔਖ ਨਹੀਂ ਦਿੱਤੀ, ਕਿਉਂਕਿ ਰਾਜਨ ਮੈਂ ਤੇਰੇ ਮੋਰੇ ਤੇ ਆਪਣੇ ਪਰਮੇਸ਼ਰ ਦੇ ਮੋਰੇ ਬੇਦੋਸ਼ਾ ਸੀਗਾ। ਹਾਲੇਲੂਇਆ, ਹਾਲੇਲੂਇਆ। ਦਾਨੀਅਲ ਤਾਂ ਬਚਾਇਆ ਗਿਆ ਕਿ ਉਹ ਬੇਦੋਸ਼ ਸੀਗਾ। ਤਾਂ ਰਾਜੇ ਦਾ ਵਰਤ ਕਬੂਲ ਹੋਇਆ ਕਿ ਜਿਹਦੇ ਨੇ ਵਰਤ ਰੱਖਦਾ ਉਹ ਦੋਸ਼ੀ ਨਹੀਂ ਹੈਗਾ, ਨਿਰਦੋਸ਼ ਹੈ। ਉਹਨੂੰ ਉੱਤੋਂ ਆਉਣਾ ਹੀ ਪਿਆ। ਹਾਲੇਲੂਇਆ। ਉਸ ਪਰਮੇਸ਼ਰ ਨੂੰ ਆਉਣਾ ਹੀ ਪਿਆ। ਉਹਨੇ ਸ਼ੇਰਾਂ ਦੇ ਮੂੰਹ ਬੰਦ ਕਰਤੇ ਆ ਕੇ ਕਿ ਤੂੰ ਮੇਰੇ ਸੱਚੇ ਭਗਤ ਨੂੰ ਹੱਥ ਨਹੀਂ ਲਾ ਸਕਦਾ। ਤਾਂ ਜਿਨ੍ਹਾਂ ਲੋਕਾਂ ਨੇ ਵਿਉਂਤ ਬਣਾਈ ਸੀਗੀ ਕਿ ਦਾਨੀਅਲ ਨੂੰ ਸ਼ੇਰਾਂ ਦੇ ਘੁਰੇ ਵਿੱਚ ਸੁੱਟ ਦਿਓ, ਕਿਉਂਕਿ ਉਹ ਆਪਣੇ ਦੇਸ਼ ਦੇ ਉੱਤੇ ਪਰਾਈ ਨੂੰ ਰਾਜ ਕਰਨਾ ਦੇਣਾ ਪਸੰਦ ਨਹੀਂ ਸੀ ਕਰਦੇ। ਅਸੀਂ ਇਸ ਦੇਸ਼ ਦੇ ਵਾਸੀ ਹਾਂ ਤੇ ਪਰਾਏ ਲੋਕ ਆ ਕੇ ਸਾਡੇ ਤੇ ਰਾਜ ਕਰਦੇ ਆ। ਉਹਦੀ ਕਮੀ ਭਾਲਦੇ ਸੀਗੇ। ਦਾਨੀ 'ਚ ਕੋਈ ਕਮੀ ਦੇਖੀ ਉਹਨਾਂ ਨੇ ਕਿ ਸਾਡੇ ਦੇਵਤੇ ਮਾਰੇ ਮੱਥਾ ਨਹੀਂ ਟੇਕਦੇ, ਇਹ ਸਿਰਫ ਪਰਮੇਸ਼ਰ ਦੀ ਉਪਾਸਨਾ ਕਰਦੇ। ਇਤੋਂ ਹੀ ਫੜ ਕੇ ਅਸੀਂ ਰਾਜੇ ਦੇ ਸਾਹਮਣੇ ਲੈ ਜਾਵਾਂ। ਹਾਲੇਲੂਇਆ। ਜਦੋਂ ਰਾਜੇ ਤੋਂ ਉਹਨੇ ਫਸਲਾ ਕੇ ਸ਼ਹੀ ਪਵਾ ਲਈ ਕਿ ਰਾਜਾ 1 ਮਹੀਨਾ ਸਾਰੇ ਲੋਕੀ ਤੇਰੀ ਉਪਾਸਨਾ ਕਰਨ, ਕਿਸੇ ਦੇਵਤੇ ਮੂਹਰੇ ਮੱਥਾ ਟੇਕਣ। ਕਹਿੰਦੇ ਹੁਣ ਦਾਨੀਅਲ ਫੜਿਆ ਜਾਣਾ। ਦਾਨੀਅਲ ਰੱਬ ਦਾ ਆਸ਼ਿਕ ਜਿਹੜਾ 3 ਵਾਰੀ ਗੋਡੇ ਲਾਉਂਦਾ, ਉਹ ਨਹੀਂ ਟਲਿਆ। ਕਹਿੰਦਾ ਕੋਈ ਵਿਪਤਾ, ਕੋਈ ਪਰੇਸ਼ਾਨੀ, ਕੋਈ ਮੁਸੀਬਤ ਮੈਨੂੰ ਰੱਬ ਦੇ ਪੇਰ ਤੋਂ ਅੱਡ ਨਹੀਂ ਕਰ ਸਕਦੀ। ਗਿਆ ਜਾ ਕੇ ਗੋਡੇ ਲਾਏ, ਅਲਮਾਰੀ ਉਹਨੇ ਤਾਕੀ ਖੋਲੀ ਜਿਹੜੀ ਯਰੂਸ਼ਲਮ ਵੱਲ ਮੂੰਹ ਸਰਾ, ਹੱਥ ਅੜ ਕੇ ਗੋਡੇ ਟੇਕੇ ਪ੍ਰੇਅਰ ਕਰਨ ਲੱਗ ਪਿਆ। ਜਦੋਂ ਦੇਖਿਆ ਬਸ ਦਾਨੀਅਲ ਫੜ ਹੋ ਗਿਆ, ਹੁਣ ਨਹੀਂ ਛੱਡਦੇ। ਸਿੱਧੇ ਰਾਜੇ ਕੋਲ ਪਹੁੰਚ ਗਏ। ਰਾਜਾ ਦਾਨੀਅਲ ਨਹੀਂ ਮੰਨਦਾ ਤੇਰਾ ਕਹਿਣਾ, ਅਸੀਂ ਸਾਰੇ ਹੀ ਮੰਨਦੇ ਹਾਂ। ਰਾਜੇ ਤਾਂ ਭਲੇਖੇ ਨਾਲ ਸੈਨ ਕਰਵਾ ਲਏ। ਉਹਨੂੰ ਕੀ ਪਤਾ ਵੀ ਦਾਨੀਅਲ ਦੇ ਪਿੱਛੇ ਬਿਉਂਤਾ ਕਰਦੇ ਆ। ਚੱਕ ਕੇ ਸ਼ੇਰਾਂ ਦੇ ਘੁਰੇ 'ਚ ਤਾਂ ਸਾਰੀ ਰਾਤ ਵਰਤ 'ਚ ਬਹਿ ਗਿਆ ਰਾਜਾ। ਰਾਜਾ ਹੋ ਕੇ ਵਰਤ ਵਿੱਚ ਬਹਿ ਗਿਆ ਤਾਂ ਰੱਬ ਨੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ। ਦਾਨੀਅਲ ਨੇ ਕੀ ਗੱਲ ਕਹੀ? ਕਹਿੰਦੇ ਰਾਜਾ ਮੈਨੂੰ ਸ਼ੇਰਾਂ ਨੇ ਕੋਈ ਵੀ ਔਖ ਨਹੀਂ ਦਿੱਤੀ, ਰੱਤੀ ਵੀ ਔਖ ਨਹੀਂ ਕਹਿੰਦਾ ਮੈਨੂੰ ਦਿੱਤੀ, ਕਿਉਂਕਿ ਮੈਂ ਤੇਰੇ ਮੋਰੇ ਆਪਣੇ ਪਰਮੇਸ਼ਰ ਮੋਰੇ ਬੇਦੋਸ਼ਾ ਸੀਗਾ। ਰਾਜੇ ਦਾ ਮਨ ਠੰਡਾ ਹੋ ਗਿਆ। ਉਹਦੇ ਦੁਸ਼ਮਣਾਂ ਦੇ ਉੱਤੇ ਉਹਦਾ ਕ੍ਰੋਧ ਜਾਗ ਪਿਆ। ਕਹਿੰਦਾ ਫਿਰ ਲਿਆਓ ਜਿਹਨੇ ਦਾਨੀਅਲ ਨੂੰ ਸ਼ੇਰਾਂ ਦੇ ਘਰੇ ਸੁੱਟਿਆ ਸੀ। ਕਹਿੰਦੇ ਉਹਨਾਂ ਦੇ ਤੀਵੀਆਂ ਬੱਚਿਆਂ ਸਮੇਤ ਲੈ ਆਏ। ਸ਼ੇਰਾਂ ਨੇ ਕੀਤਾ, ਵੇਟ ਨਹੀਂ ਕੀਤੀ। ਕਹਿੰਦੇ ਦਰਵਾਜ਼ੇ ਦੇ ਥੱਲੇ ਖਿੱਚ ਕੇ ਅੰਦਰ ਹੱਡੀਆਂ ਹੁੱਡੀਆਂ ਮਿੰਟ 'ਚ ਤੋੜ ਮਾਰੀਆਂ। ਹਾਲੇਲੂਇਆ। ਤਾਂ ਕ੍ਰਿਸਤੀਆਂ ਦੇ ਉੱਤੇ ਕੋਈ ਵੀ ਵਾਰ ਕਰ ਨਹੀਂ ਸਕਦਾ, ਜੋ ਕਰੇਗਾ ਸੋ ਮਰੇਗਾ। ਹਾਲੇਲੂਇਆ। ਫਿਰ ਬਾਬਾ ਦਾਸ ਕਹਿੰਦਾ ਕਿ ਮੀਟਿੰਗ ਦੇ ਵਿੱਚ 2 ਦਿਨ ਦੀ ਸਭਾ ਮੈਂ ਰੱਖੀ। ਕਹਿੰਦਾ 2 ਦਿਨ ਦੀ ਸਭਾ ਰੱਖੀ। ਕਹਿੰਦਾ ਮੈਨੂੰ ਇੱਕ ਸਭਾ ਕਰਕੇ ਆਇਆ, ਬੜੇ ਆਨੰਦ ਹੋਇਆ, ਲੀਸਿਆ ਬੜੀ ਆਨੰਦ। ਕਹਿੰਦਾ ਰਾਤ ਨੂੰ ਪ੍ਰਭੂ ਨੇ ਮਨ ਵਿੱਚ ਕੀ ਮੇਰੇ ਪਾ ਦਿੱਤਾ ਕਿ ਲੋਕਾਂ ਨੇ ਹੁਣ ਤੇਰੀ ਸਭਾ ਬੰਦ ਕਰਾਉਣਾ। ਕਹਿੰਦਾ ਅੰਦਰ ਡਰ ਪੈ ਗਿਆ। ਪ੍ਰਾਰਥਨਾ ਕੀਤੀ, ਕਹਿੰਦਾ ਨਹੀਂ ਖੁਦਾ, ਕਹਿੰਦਾ ਨਹੀਂ ਤੂੰ ਚੱਲ। ਕਹਿੰਦਾ ਮੈਂ ਚੱਲ ਗਿਆ, ਉੱਥੇ ਪ੍ਰਚਾਰ ਸਟਾਰਟ ਕਰਤਾ। ਕਹਿੰਦਾ ਮਸਾਲਾ ਲੈ ਕੇ ਆ ਗਏ ਬੰਦੇ ਬਹੁਤ ਸਾਰੇ। ਕਹਿੰਦਾ ਮਸਾਲਾ ਲੈ ਕੇ ਬਹੁਤ ਸਾਰੇ ਬੰਦੇ ਆ ਗਏ। ਕਹਿੰਦਾ ਮੈਂ ਡਰ ਗਿਆ। ਖੁਦਾ ਨੇ ਆਪਣਾ ਦੂਤ ਭੇਜਿਆ। ਕਹਿੰਦਾ ਚੁੱਪ ਨਾ ਕਰੀ, ਬੋਲੀ ਜਾਵੀਂ, ਜਿੱਦਾਂ ਕੱਲ ਵਚਨ ਸੁਣਾਇਆ ਅੱਜ ਵੀ ਸੁਣਾਵੀਂ, ਡਰੀ ਨਾ। ਕਹਿੰਦਾ ਯਕਦਮ ਮਸਾਲਾ ਬੁਝ ਗਈਆਂ। ਕੀ ਦੇਖਿਆ? ਮੂੰਹ ਭਾਨੇ ਪਏ ਆ। ਜਿਹੜੇ ਬੰਦੇ ਹਮਲਾ ਕਰਨ ਆਏ ਸੀ ਮੂੰਹ ਭਾਨੇ ਪਏ ਆ। ਜਦੋਂ ਕਹਿੰਦਾ ਮੈਂ ਪਕਾਰ ਕੀਤੀ ਕਿ ਜਿਹਨੇ ਤੋਬਾ ਕਰਨੀ ਆ ਅੱਗੇ ਆ ਜਾਣ, ਸਾਰੇ ਦੇ ਸਾਰੇ ਤੋਬਾ ਕਰਨ ਲੱਗੇ। ਹਾਲੇਲੂਇਆ। ਹਾਲੇਲੂਇਆ। ਖੁਦਾ ਕੀ ਨਹੀਂ ਕਰ ਸਕਦਾ? ਖੁਦਾ ਸਭ ਕੁਛ ਹੀ ਕਰ ਸਕਦਾ। ਅਲਫਾ
ਓਮੇਗਾ, ਆਦ ਅੰਤ, ਸਾਡੀਆਂ ਜ਼ਿੰਦਗੀਆਂ ਦਾ ਮਾਲਿਕ, ਜਿਹੜਾ ਸਾਡੇ ਸਾਹਾਂ ਤੇ ਰਾਜ ਕਰਦਾ। ਪ੍ਰੈਕਟੀਕਲ ਅੱਜ ਮੈਂ ਪ੍ਰੇਅਰ 'ਚ ਬੈਠੀ, ਪ੍ਰੇਅਰ ਵਿੱਚ ਮੈਂ ਕੀ ਫੀਲ ਕੀਤਾ, ਮੈਂ ਪ੍ਰਾਰਥਨਾ ਕਰਦੀ ਹਾਂ, ਜਿੰਨਾ ਚਿਰ ਮੇਰੇ ਅੰਦਰ ਸਾਹ ਰੁਕਿਆ ਉਨ ਚਿਰ ਮੈਂ ਆਰਾਧਨਾ ਕਰਦੀ, ਮੈਂ ਪ੍ਰਾਰਥਨਾ ਕਰਦੀ ਹਾਂ। ਜੋ ਸਾਹ ਖਤਮ ਹੋ ਜਾਂਦਾ ਇਨਸਾਨ ਦੇ ਮੂੰਹ 'ਚੋਂ ਸ਼ਬਦ ਨਹੀਂ ਨਿਕਲਦੇ। ਜਦੋਂ ਸਾਹ ਖਤਮ ਹੋ ਜਾਂਦਾ ਸ਼ਬਦ ਨਹੀਂ ਨਿਕਲਦੇ, ਜਾਣੀ ਕਿ ਆਪਾਂ ਹਰ ਇੱਕ ਕੰਮ ਉਹਦੇ ਨਾਸਾਂ ਦੇ ਸਵਾਸ ਨਾਲ ਹੀ ਕਰ ਸਕਦੇ ਹਾਂ। ਸਾਡੇ 'ਚ ਕੋਈ ਤਾਕਤ ਨਹੀਂ, ਸਾਹ ਖਤਮ, ਜ਼ਬਾਨ ਬੰਦ। ਇਹ ਜੋ ਆਪਾਂ ਬੋਲਦੇ ਆ, ਜੋ ਆਪਾਂ ਕਰਦੇ ਆ, ਆਰਾਧਨਾ ਵੀ ਕਰਦੇ ਆ, ਅਸੀਂ ਇਹਨਾਂ ਦੇ ਆਪਣੇ ਸਰੀਰ ਤੋਂ ਕਰਦੇ ਆ, ਇਹ ਉਹਦੇ ਦਿੱਤੇ ਗਏ ਸਾਹਾਂ ਤੋਂ ਕਰਦੇ ਆ। ਸਾਹ ਅੰਦਰ ਆ ਤੇ ਆਵਾਜ਼ ਬਾਹਰ ਆਉਂਦੀ ਆ। ਜੇ ਸਾਹ ਅੰਦਰ ਹੈ ਨਹੀਂ, ਇੱਕ ਵਾਰ ਸਾਰਾ ਸਾਹ ਬਾਹਰ ਕੱਢ ਕੇ ਦੇਖੋ, ਦੁਬਾਰਾ ਬੋਲ ਕੇ ਬੋਲ ਹੀ ਨਹੀਂ ਹੋਣਾ। ਪ੍ਰਭੂ ਕਿੱਡਾ ਤੇਰਾ ਧੰਨਵਾਦ ਆ, ਕਿੱਡਾ ਤੇਰਾ ਅਸੀਂ ਸ਼ੁਕਰ ਕਰੀਏ ਖੁਦਾਵੰਦ ਖੁਦਾ ਕਿ ਤੂੰ ਸਾਨੂੰ ਸਾਹ ਦਿੱਤੇ ਆ। ਤੁਹਾਡੀ ਸੰਤ ਲਾਡੀ ਕਹਿੰਦਾ ਪਰਮੇਸ਼ਰ ਸਾਹ ਮੁੱਕ ਵੀ ਨਾ ਜਾਣੇ ਫਜ਼ੂਲ, ਕਿ ਸਾਡੇ ਸਾਹ ਫਜ਼ੂਲ ਨਾ ਮੁੱਕ ਜਾਣ ਕਿਤੇ। ਆਤਮਾ ਦੇ ਫਲ ਯਿਸੂ ਜੀ ਮੇਰੀ ਜ਼ਿੰਦਗੀ 'ਚ ਕਰਿਓ ਮੂੰਹ। ਜੇ ਸਾਹ ਮੁੱਕ ਗਏ ਤਾਂ ਕੁਛ ਨਹੀਂ ਹੋਣਾ। ਜਿੰਨਾ ਚਿਰ ਸਾਡੇ ਸਾਹ ਸਹੀ ਸਲਾਮਤ ਤੰਦਰੁਸਤ ਹੱਟੇ ਕੱਟੇ ਆ, ਆਪਾਂ ਯਹੋਵਾ ਦੀ ਮਿਹਨਤ ਕਰ ਲਈਏ। ਖੁਦਾ ਦਾਸ ਕਹਿੰਦਾ ਵਿਅਰਥਾਂ ਦਾ ਵਿਅਰਥ, ਸਭ ਕੁਛ ਹੀ ਵਿਅਰਥ ਆ, ਲੇਕਿਨ ਮਸੀਹ ਵਿੱਚ ਕੀਤੀ ਗਈ ਮਿਹਨਤ ਵਿਅਰਥ ਨਹੀਂ ਹੈਗੀ। ਜਦੋਂ ਕਿਤੇ ਜੀਸਸ ਕ੍ਰਿਸਟ ਨਾਲ ਮੇਲ ਹੋਇਆ, ਉਹਨੇ ਇੱਕ ਇੱਕ ਪ੍ਰਾਰਥਨਾ ਤੁਹਾਨੂੰ ਚੇਤੇ ਕਰਾਉਣੀਆਂ, ਜਿਹੜੀ ਕਿਸ ਟਾਈਮ, ਕਿਸ ਘੜੀ, ਕਿਹਦੇ ਵਾਸਤੇ ਕੀਤੀ ਸੀ। ਇੱਕ ਵਾਰ ਮੈਂ 2 ਗਵਾਹੀਆਂ ਪੜ੍ਹ ਚੁੱਕੀ ਹਾਂ ਕਿ 2 ਇਨਸਾਨਾਂ ਨੂੰ ਪ੍ਰਭੂ ਨੇ ਕੱਲੀ ਕੱਲੀ ਪ੍ਰਾਰਥਨਾ ਯਾਦ ਕਰਾਈ ਕਿ ਕਿਹੜੇ ਟਾਈਮ, ਕਿਸ ਘੜੀ ਤੋਂ ਆਹ ਵਿਸ਼ੇ ਲਈ ਪ੍ਰਾਰਥਨਾ ਕੀਤੀ। ਆਹ ਮੂੰਹ 'ਚੋਂ ਵਰਡ ਬੋਲੇ ਸੀਗੇ। ਤਾਦੀ ਉਹ ਕਹਿੰਦਾ ਕਿ ਤੂੰ ਧਰਤੀ ਉੱਤੇ ਆ ਤੇ ਮੈਂ ਸਵਰਗ ਵਿੱਚ ਆ, ਤਾਂ ਤੇਰੀਆਂ ਗੱਲਾਂ ਘੱਟ ਹੋਣ। ਸਾਨੂੰ ਬੇਫਜ਼ੂਲ ਸੁਪਨੇ ਆਉਂਦੇ ਆ। ਕਹਿੰਦਾ ਤੇਰੀਆਂ ਗੱਲਾਂ ਘੱਟ ਹੋਣ, ਬਹੁਤੀਆਂ ਗੱਲਾਂ 'ਚ ਮੈਂ ਸੁਪਨੇ ਵਿੱਚ। ਕਹਿੰਦਾ ਕੀ ਆ? ਬਕਵਾਸ, ਛੱਪਾ ਦਾ ਪਾਤਾ ਹੈ। ਹਾਲੇਲੂਇਆ। ਜਿਹੜੇ ਮਸੀਹ 'ਚ ਸੁਪਨੇ ਆਉਂਦੇ ਆ, ਉਹਨਾਂ ਦੇ ਬਹੁਤ ਵੱਡੇ ਅਰਥ ਆ। ਕਿਸੇ ਨੂੰ ਸਾਨੂੰ ਕੱਲ੍ਹ ਦਾ ਟਾਈਮ ਦਿਖਾਉਂਦਾ, ਕੱਲ੍ਹ ਨੂੰ ਕੀ ਹੋਣਾ, ਟਾਈਮ ਦਿਖਾਉਂਦਾ ਕਿਸੇ ਬੰਦੇ ਨੇ ਆਉਣਾ, ਉਹ ਕਿੱਦਾਂ ਹੋਣੀ, ਕਿਸ ਤਰੀਕੇ ਤੋਂ ਉਹਨਾਂ ਗੱਲ ਕਿੱਦਾਂ ਕਰਨੀ ਹੈ। ਫਲਾਣੇ ਬੰਦੇ ਨੇ ਧਰਤੀ ਤੋਂ ਚਲਾ ਜਾਣਾ, ਫਲਾਣੇ ਦਾ ਐਕਸੀਡੈਂਟ ਅੱਜ ਹੋਣਾ, ਅੱਜ ਬੁਖਾਰ ਹੋਣਾ ਉਹਨੂੰ, ਅੱਜ ਐ ਹੋਣੀ ਆ, ਅੱਜ ਉਹ ਹੋਣੀ। ਰਾਤੀ ਜਦੋਂ ਮੈਂ ਪ੍ਰਾਇਰ ਰੂਮ 'ਚ ਬੈਠੀ, ਮੈਂ ਜਦੋਂ ਸ਼ਾਮ ਦੀ ਪ੍ਰੇਅਰ ਤੋਂ ਪਹਿਲਾਂ ਪ੍ਰੇਅਰ 'ਚ ਮੈਂ ਕੋਠੇ 'ਤੇ ਗਈ ਸੀ, ਜੋ ਸ਼ਾਮੀ ਰਾਤੀ ਪ੍ਰਾਰਥਨਾ 'ਚ ਕੋਈ ਨਹੀਂ ਆਇਆ, ਉਹ ਪ੍ਰਭੂ ਨੇ ਪਹਿਲਾਂ ਫੀਲ ਕਰਾਤਾ ਸੋਹਣਾ ਸੀਗਾ। ਹਾਲੇਲੂਇਆ। ਪ੍ਰੀਤੀ ਸੀਗੀ, ਮੇਰੇ ਪਹਿਲੇ ਪਰਮੇਸ਼ਰ ਨੇ ਫੀਲ ਕਰਾਤਾ ਉੱਪਰ ਪ੍ਰੇਅਰ ਰੂਮ ਦੇ ਵਿੱਚ। ਤੇ ਅਸੀਂ ਯਹੋਵਾ ਦਾ ਧੰਨਵਾਦ ਕਰਦੇ ਹਾਂ। ਕਹਿੰਦਾ ਤੂੰ ਮੇਰੇ ਬਾਲ ਦੇ ਨਾਲ ਸਭ ਕੁਛ ਕਰ ਸਕਦਾ, ਲੇਕਿਨ ਮੇਰੇ ਤੋਂ ਵੱਖਰਾ ਕੁਛ ਨਹੀਂ ਕਰ ਸਕਦਾ। ਹਾਲੇਲੂਇਆ। ਅਸੀਂ ਕਿਸੇ ਵੇਲੇ ਘਰ ਦਾ ਕੰਮ ਕਰਕੇ ਥੱਕ ਜਾਂਦੇ ਹਾਂ, ਅਸੀਂ ਟੁੱਟ ਜਾਂਦੇ ਹਾਂ, ਚੂਰ ਚੂਰ ਹੋ ਜਾਂਦੇ ਹਾਂ। ਪਹਿਲਾਂ ਮੈਂ ਕੱਲ੍ਹ ਕੰਮ ਤੋਂ ਆਈ, ਉੱਥੇ 8 ਸਾਢੇ 9 ਘੰਟੇ ਡਿਊਟੀ ਕਰਕੇ ਆਉਣ ਜਾਣ ਘੰਟਾ 2 10 11 ਘੰਟੇ ਬਾਅਦ ਕੱਢ ਕੇ ਆਈ। ਆ ਕੇ ਥੋੜ੍ਹਾ ਜਿਹਾ ਰੈਸਟ ਕੀਤੀ, ਫਿਰ ਮੈਂ ਪ੍ਰੇਅਰ ਚਲੀ ਗਈ, ਫਿਰ ਇੱਥੇ ਮੀਟਿੰਗ ਵਿੱਚ ਆ ਗਈ। ਮੀਟਿੰਗ ਤੋਂ ਬਾਅਦ ਇੱਥੇ ਜਾ ਕੇ ਅਸੀਂ ਕੀਤਾ, ਸਬਜ਼ੀ ਦਾ ਸਮਾਨ ਤਿਆਰ ਕੀਤਾ। ਸਾਡੇ ਹੋ ਗਏ 11 ਵਜੇ, ਫਿਰ ਪ੍ਰੇਅਰ ਕੀਤੀ, ਫਿਰ ਤੋਂ ਬਾਅਦ ਫਿਰ ਅਸੀਂ ਸੁੱਤੇ, ਮੇਰੇ ਫਿਰ ਤੜਕੇ ਹੀ ਜਦ ਖੁੱਲ੍ਹ ਗਈ। ਹਾਲੇਲੂਇਆ। ਜੇ ਹੁਣ ਅਸੀਂ ਕਹੀਏ ਸਾਡਾ ਸਰੀਰ ਤਾਂ ਸਾਨੂੰ ਕਹੂਗਾ ਵੀ ਸੌਂ ਜਾ। ਤੇ ਜਿਹੜੀਆਂ ਡਿਊਟੀਆਂ ਆ ਉਹ ਸਾਡੀਆਂ ਡਿਊਟੀਆਂ ਕੌਣ ਕਰਦਾ? ਇਨਸਾਨ ਨਹੀਂ ਕਰਦਾ, ਯਹੋਵਾ ਦਾ ਆਤਮਾ ਮਨ ਵਿੱਚ ਵੜ ਕੇ ਸਾਰੇ ਕੰਮ ਕਰਵਾ ਲੈਂਦਾ। ਕਹਿੰਦੇ ਸਰੀਰ ਕੀ ਆ? ਆਤਮਾ ਦੇ ਵਿਰੋਧ ਵਿੱਚ ਆ। ਕੀ ਕੋ ਰੱਬ ਦਾ ਕੰਮ ਅਸੀਂ ਕਰ ਨਾ ਸਕਦੇ ਨਹੀਂ। ਕਹਿੰਦੇ ਕਿਹਦੀ ਮੈਂ ਗੱਲ ਸੁਣਦੀ ਸੀ, ਹਾਂ ਕਿਸੇ ਭੈਣ ਨੇ ਮੈਨੂੰ ਪਰਸੋਂ ਤੱਕ ਆਪਣੇ ਘਰ ਬੁਲਾਇਆ, ਦੱਸਿਆ ਕਿ ਜਦੋਂ ਮੰਮੀ ਪ੍ਰੇਅਰ 'ਚ ਬਹਿੰਦੀ ਕਹਿੰਦੀ ਨਾਲ ਹੀ ਸੌਂ ਜਾਂਦੀ ਆ। ਸ਼ੈਤਾਨ ਨਹੀਂ ਚਾਹੁੰਦਾ ਪ੍ਰਾਰਥਨਾ। ਮੈਂ ਉੱਠ ਕੇ ਘੁੰਮ ਫਿਰ ਕੇ ਪ੍ਰੇਅਰ ਕਰਿਆ ਕਰੋ। ਨਹੀਂ ਬਹਿ ਸਕਦੇ ਨਾ, ਘੁੰਮ ਕੇ ਪ੍ਰੇਅਰ ਕਰ ਲਿਆ ਕਰੋ, ਤੁਰ ਫਿਰ ਕੇ ਅੱਖਾਂ ਖੋਲ੍ਹ ਕੇ ਪ੍ਰੇਅਰ ਕਰ ਲਿਆ ਕਰੋ। ਜ਼ਰੂਰ ਨਹੀਂ ਬੰਦ ਹੀ ਕਰਨੀ ਹੋਣੀ, ਕਿ ਬੰਦ ਹੀ ਯਿਸੂ ਨਹੀਂ ਹੋਣਾ, ਸਾਡਾ ਦਿਲ ਉਹਨਾਂ ਲੱਗਣਾ ਚਾਹੀਦਾ। ਜੇ ਨੀਂਦ ਆਉਂਦੀ, ਸ਼ੈਤਾਨ ਨੂੰ ਹਰਾਉਣਾ ਆਪਾਂ, ਉਹਨੂੰ ਨਹੀਂ ਹਰਾਉਣਾ ਆਪਾਂ। ਤਾਂ ਨੀਂਦ ਨੂੰ ਆਪਣੇ ਉੱਤੇ ਕਾਬੂ ਨਹੀਂ ਪੈਣ ਦੇਣਾ ਚਾਹੀਦਾ। ਹਾਲੇਲੂਇਆ। ਇੱਥੇ ਯਿਸੂ ਮਸੀਹ ਕਹਿੰਦਾ ਜਾ, ਕਹਿੰਦਾ ਪਾਪ ਨਾ ਕਰੀ, ਕਹਿੰਦਾ ਕਿਤੇ ਐਉਂ ਨਾ ਹੋਵੇ ਕੋਈ ਭਾਰੀ ਬਿਪਤਾ ਤੇਰੇ ਤੇ ਆਪ। ਇਹ ਗੱਲ ਗਹਿਰੀ ਆ, ਛੋਟੀ ਗੱਲ ਨਹੀਂ ਹੈਗੀ ਕਿ ਦੁਬਾਰਾ ਪਾਪ ਤੂੰ ਨਾ ਕਰੀ। ਜੇ ਪਾਪ ਕਰਦੇ ਆ ਆਪਾਂ ਪ੍ਰਭੂ ਕੋਲ ਚਾਹੇ ਸ਼ਾਮਲ ਹੋਣਾ,
ਯਹੋਵਾ ਅੱਜ ਹੀ ਛੱਡ ਕੇ ਜਾਵਾਂ, ਅੱਜ ਹੀ ਖਤਮ ਕਰਕੇ ਜਾਵਾਂ ਮੈਂ ਸਭ ਕੁਝ, ਤਾਂ ਦੁਬਾਰਾ ਮੇਰੀ ਜ਼ਿੰਦਗੀ 'ਚ ਮੇਰੇ ਸਰੀਰ ਦੇ ਵਿੱਚ ਨਜ਼ਰ ਹੀ ਨਾ ਆਵੇ ਯਹੋਵਾ, ਤਾਂ ਕਿ ਮੇਰੀ ਬੋਡੀ, ਮੇਰਾ ਸਰੀਰ, ਮੇਰੀ ਜਾਨ ਤੋਂ ਸਿਰ ਤੋਂ ਲੈ ਕੇ ਪੈਰਾਂ ਤੱਕ ਜੀਸਸ ਕ੍ਰਾਈਸਟ ਤੈਨੂੰ ਮਹਿਮਾ ਮਿਲੇ। ਕਿਉਂਕਿ ਜਿਹੜੀ ਸਾਨੂੰ ਯਿਸੂ ਮਸੀਹ ਨੇ ਆਪਣਾ ਲਹੂ ਦੇ ਕੇ ਖਰੀਦ ਲਿਆ, ਜਦੋਂ ਸਾਨੂੰ ਖਰੀਦ ਲਿਆ, ਹੁਣ ਕਿਸੇ ਵੀ ਚੀਜ਼ ਦਾ ਸਾਡੇ ਉੱਤੇ ਬਸ ਨਹੀਂ ਹੋਣਾ ਚਾਹੀਦਾ। ਉਹ ਸਾਨੂੰ ਚਲਾਵੇ। ਆਪਾਂ ਕੋਈ ਪਸ਼ੂ, ਕੋਈ ਮੱਝ ਖਰੀਦ ਕੇ ਲੈ ਕੇ ਆਉਂਦੇ ਆ, ਹਨਾ, ਤੇ ਉਹ ਹੁਣ ਦੂਸਰੇ ਨੂੰ ਸਾਡਾ ਹੱਕ ਨਹੀਂ, ਕਿਉਂਕਿ ਆਪਾਂ ਕੀਮਤ ਅਦਾ ਕੀਤੀ ਵਾ। ਆਪਾਂ ਦੁੱਧ ਚੋਈਏ, ਪੱਠੇ ਪਾਈਏ, ਜਿੱਥੇ ਮਰਜ਼ੀ ਬੰਨੀਏ, ਜਿੱਥੇ ਮਰਜ਼ੀ ਉਹਨੂੰ ਕੋਈ। ਆਪਾਂ ਯਿਸੂ ਦੀਆਂ ਭੇਡਾਂ ਆ, ਜਿੱਥੇ ਸਾਨੂੰ ਰੱਖੇ ਉੱਥੇ ਅਸੀਂ ਰਹੀਏ। ਅਸੀਂ ਬਾੜੇ ਤੋਂ ਕਦੀ ਬਾਹਰ ਨਾ ਜਾਈਏ। ਬਾਹਰ ਬਾੜੇ ਤੋਂ ਜਾਵਾਂਗੇ ਤਾਂ ਸੱਪ ਦੱਸੇਗਾ। ਸੱਪ ਕੌਣ? ਸ਼ੈਤਾਨ। ਉਹ ਲੈ ਕੇ ਬਾਹਰ ਖੜਾ, ਆ ਜਾ ਪੁਰਾਣੇ ਪਾਪਾ 'ਚ ਫਸ ਜਾ। ਹੈਂ ਨਾ, ਆਪਾਂ ਕਰਨੀ। ਪਾਪ ਦਾ ਸਾਡੇ ਤੇ ਵਸ ਨਹੀਂ ਚੱਲਣਾ ਚਾਹੀਦਾ। ਪਾਪ ਦੇਖਣ ਨਾ ਵੀ ਆ, ਪਾਪ ਸੁਣਨਾ, ਪਾਪ ਬੋਲਣ ਨਾ ਵੀ ਆ। ਜੇ ਸਾਡੇ ਪੈਰ ਕਰਾਹੀ ਜਾਂਦੇ ਪਾਪ, ਆਪਾਂ ਉਦੋਂ ਵੀ ਕਰਦੇ ਹਾਂ। ਜੇ ਅਸੀਂ ਆਪਣੇ ਆਪ ਨੂੰ ਸ਼ੁੱਧ ਤਾਂ ਕਰ ਸਕਦੇ ਹਾਂ, ਕਲਾਮ ਅੰਦਰ ਹੋਊਗਾ ਸ਼ੁੱਧ ਕਰ ਸਕਦੇ ਹਾਂ। ਕਲਾਮ ਅੰਦਰ ਹੈ ਨਹੀਂਗਾ ਤੇ ਸ਼ੁੱਧ ਨਹੀਂ ਹੋ ਸਕਦੇ। ਵਾਹਿਦਾ ਰੋਜ਼ ਪੜ੍ਹਨ ਦੀ ਜ਼ਰੂਰਤ ਆ ਸਾਨੂੰ। ਰੋਜ਼ ਰੋਟੀਆਂ ਖਾਂਦੇ ਅਸੀਂ, 3 ਟਾਈਮ ਖਾਂਦੇ, ਭੁੱਲਦੇ ਵੀ ਨਹੀਂਗੇ। ਰੋਟੀ ਲੇਟ ਹੋਵੇ ਤਾਂ ਆਪਾਂ ਝੱਖੜ ਚੋਂ ਲੈ ਆਉਂਦੇ ਹਾਂ। ਜਦੋਂ ਐਸ ਰੋਟੀ ਦਾ ਟਾਈਮ ਆਉਂਦਾ ਤਾਂ ਉਦੋਂ ਸਾਨੂੰ ਕਾਹਦੇ ਨੀਂਦ ਆ ਜਾਂਦੀ, ਕਿਉਂਕਿ ਸ਼ੈਤਾਨ ਨਹੀਂ ਚਾਹੁੰਦਾ ਆਤਮਿਕ ਰੋਟੀ ਖਾਈਏ। ਹਾਲੇਲੂਇਆ। ਸ਼ੈਤਾਨ ਨਹੀਂ ਚਾਹੁੰਦਾ ਆਤਮਿਕ ਰੋਟੀ ਖਾਈਏ। ਇੱਕ ਵਾਰੀ ਬੱਚਿਆਂ ਤੱਕ ਨੂੰ ਬਾਈਬਲ ਪੜ੍ਹਾ ਕੇ ਦੇਖੋ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਦਾਸ ਦਾਸੀਆਂ ਦੇ ਰੂਪ 'ਚ ਖੜੇ ਹੋਣਗੇ। ਆਦਤ ਪਾਓ, ਖੋਤਿਆਂ ਨੂੰ ਪੜ੍ਹਦੇ ਦੇਖਣਗੇ ਬੱਚੇ, ਦੇਖੇ ਇਹਦੇ ਵਿੱਚ ਕੀ ਰੱਖਿਆ, ਕੀ ਲਿਖਿਆ, ਇਹਦੇ ਵਿੱਚ ਤੁਸੀਂ ਨਾਲ ਲੈ ਕੇ ਬੈਠੇ ਰਹਿੰਦੇ ਆ। ਜਦੋਂ ਬੱਚੇ ਪੜ੍ਹਨੀ ਸਟਾਰਟ ਕਰ ਦੇਣਗੇ, ਕਿਸੇ ਪਾਪ 'ਚ ਨਾ ਫਸਣਗੇ, ਇੱਕ ਦਾਸ ਇੱਕ ਦਾਸੀ ਦੇ ਰੂਪ 'ਚ ਖੜੇ ਹੋਣਗੇ, ਤਾਂ ਤੁਹਾਡਾ ਸਿਰ ਕਿੰਨਾ ਉੱਚਾ ਹੋਣਾ। ਹਾਲੇਲੂਇਆ। ਹਾਲੇਲੂਇਆ। ਧੰਨਵਾਦ ਮੈਂ ਕਰਦੀ ਪਰਮੇਸ਼ਰ। ਬੇਸ਼ੱਕ ਸਾਡਾ ਮੁਕਲ ਕੋ ਕੰਮ ਹਜੇ ਨਹੀਂ ਕਰਦਾ, ਲੇਕਿਨ ਮੈਂ ਧੰਨਵਾਦ ਕਰਦੀ ਹਾਂ। ਤੇ ਕੰਮ ਸੇ ਕੰਮ ਇਸ ਮਹੱਲੇ 'ਚੋਂ ਬਚਿਆ ਹੋਇਆ ਵਾ। ਮੈਂ ਕਮਰੇ 'ਚ ਬੈਠਾ, ਕਿਸੇ ਮਨ 'ਚ ਹੁੰਦਾ ਕੰਮ ਪਰਮੇਸ਼ਰ ਕੋ ਕਰੇ। ਉਹ ਹੁਣ ਇਸ ਟਾਈਮ ਉਹ ਕੋ ਕੰਮ ਮਿਲ ਜਾਵੇ। ਉਹ ਜੋ ਚਾਹੁੰਦਾ ਮੈਂ ਨਹੀਂ ਚਾਹੁੰਦੀ, ਮੈਂ ਚਾਹੁੰਦੀ ਉਹ ਨਹੀਂ ਚਾਹੁੰਦਾ। ਲੇਕਿਨ ਜਦੋਂ ਮੈਂ ਆਸੇ ਪਾਸੇ ਦਾ ਮਾਹੌਲ ਦੇਖਦੀ, ਮੈਂ ਫਿਰ ਵੀ ਯਹੋਵਾ ਦਾ ਧੰਨਵਾਦ ਕਰਦੀ। ਕਮ ਸੇ ਕਮ ਗੰਦਗੀ ਤੋਂ ਤਾਂ ਬਚਿਆ ਹੈ। ਚੋਰੀ ਦੀ ਖਾਤਰ 2000 ਲੁੱਟ ਲਿਆ, ਚਿੱਟਾ ਲਾ ਲਿਆ। ਇੱਕ ਮੁੰਡੇ ਨੇ ਕਹਿੰਦਾ ਅੱਜ ਮੁਕਰ ਮੈਂ 2000 ਦਾ ਚਿੱਟਾ ਲਾਇਆ। ਇੱਥੇ ਹੀ ਕੁਛ ਹੋਇਆ ਮੇਰੇ ਪਰਮੇਸ਼ਰ। ਜਿਸ ਇਨਸਾਨ ਨੇ ਇੱਕ ਦਿਨ 'ਚ 2000 ਚਿੱਟਾ ਲਾਇਆ, ਤਾਂ ਕਿਹੜੀ ਹੱਕ ਦੀ ਕਮਾਈ ਨਾਲ ਲਾਇਆ ਹੈ? ਕਿਹੜੀ ਹੱਕ ਦੀ ਕਮਾਈ ਨਾਲ ਲਾਇਆ? 2000 ਕਮਾ ਲੈਂਦਾ ਬੰਦਾ ਦਿਹਾੜੀ 'ਚ। ਉਹ ਗੋਡ, ਮੈਂ ਕਿਹਾ ਤੇਰਾ ਧੰਨਵਾਦ। ਜਿੰਨੇ ਵੀ ਚਰਚ 'ਚ ਬੱਚੇ ਆਉਂਦੇ, ਪਰਮੇਸ਼ਰ ਤੂੰ ਪਵਿੱਤਰ ਤੇ ਅਤ ਪਵਿੱਤਰ ਰਾਜ 'ਚ ਰੱਖੀ। ਕੋਈ ਵੀ ਇੱਦਾਂ ਦਾ ਬੱਚਾ ਨਾ ਹੋਵੇ ਜਿਹੜਾ ਇਦਾਂ ਦੀ ਸੰਗਤੀ 'ਚ ਫਸੇ। ਹਾਲੇਲੂਇਆ। ਤਾਂ ਯਿਸੂ ਮਸੀਹ ਕਹਿੰਦਾ ਵੀ ਜੇ ਤੂੰ ਹੁਣ ਨਿਕਲਿਆ ਫਲਾਣੇ ਪਾਪ 'ਚੋਂ, ਫਲਾਣੇ ਸਾਡੇ ਵੱਖਰੇ ਵੱਖਰੇ ਪਾਪ ਆਪਾਂ ਕੀਤੇ ਸਾਰਿਆਂ ਨੇ, ਤੇ ਯਿਸੂ ਕਹਿੰਦਾ ਤੂੰ ਨਿਕਲਿਆ ਤਾਂ ਹੁਣ ਦੁਬਾਰਾ ਨਾ ਕਰੀ। ਇਸ ਤੋਂ ਪਹਿਲਾਂ ਕਿ ਕੋਈ ਵੱਡੀ ਵਿਪਤਾ ਤੇਰੇ ਤੇ ਆ ਪਵੇ। ਹਾਲੇਲੂਇਆ। ਫਿਰ ਆਪਾਂ ਇਹਦੀ ਦੇਖਦੇ ਹਾਂ, ਇਹਦੀ 5 ਦੀ